ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਆਪਣੇ ਪ੍ਰੋਫਿਟੇਬਿਲਿਟੀ ਰੇਸ਼ੋਜ਼ ਦੇ ਲੈਕਚਰ ਨੂੰ ਹੀ ਨੈਕਸਟ ਕੰਟੀਨਿਊ ਕਰਾਂਗੇ ਅਤੇ ਕੁਝ ਹੋਰ ਪ੍ਰੋਬਲਮਸ ਨੂੰ ਸੋਲਵ ਕਰਕੇ ਗ੍ਰੋਸ ਪ੍ਰੋਫਿਟ ਰੇਸ਼ੋ, ਆਪਰੇਟਿੰਗ ਰੇਸ਼ੋ ਅਤੇ ਨੈਟ ਪ੍ਰੋਫਿਟ ਰੇਸ਼ੋ ਨੂੰ ਜ਼ਿਆਦਾ ਕਲੀਅਰ ਕਰਾਂਗੇ। ਉਸ ਤੋਂ ਇਲਾਵਾ ਅੱਜ ਅਸੀਂ ਆਪਰੇਟਿੰਗ ਪ੍ਰੋਫਿਟ ਰੇਸ਼ੋ ਕਿੱਦਾਂ ਕੈਲਕੂਲੇਟ ਕੀਤੀ ਜਾਂਦੀ ਆ ਇਹ ਵੀ ਸਿੱਖਾਂਗੇ। ਅਸੀਂ ਹੁਣ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 70 ਦੇ ਨਾਲ। Following is the income statement of Strong for the year ended 31st March 2018। ਕੁਐਸਚਨ ਦੇ ਵਿੱਚ ਤੁਹਾਨੂੰ ਇਨਕਮ ਸਟੇਟਮੈਂਟ ਦਿੱਤੀ ਹੋਈ ਆ ਜਿਹਦੇ ਵਿੱਚ ਰੈਵਨਿਊ ਫਰੋਮ ਆਪਰੇਸ਼ਨ, ਅਦਰ ਇਨਕਮਸ ਐਂਡ ਐਕਸਪੈਂਸਿਸ ਗਿਵਨ ਆ ਔਰ ਨੋਨ ਆਪਰੇਟਿੰਗ ਐਕਸਪੈਂਸਿਸ ਐਂਡ ਨੈਟ ਪ੍ਰੋਫਿਟ ਗਿਵਨ ਆ ਔਰ ਤੁਸੀਂ ਕੈਲਕੂਲੇਟ ਕਰਨੀ ਆ ਗ੍ਰੋਸ ਪ੍ਰੋਫਿਟ ਰੇਸ਼ੋ, ਨੈਟ ਪ੍ਰੋਫਿਟ ਰੇਸ਼ੋ ਤੇ ਆਪਰੇਟਿੰਗ ਰੇਸ਼ੋ। ਸੋ ਕੁਐਸਚਨ ਨੰਬਰ 70 ਕਿੱਦਾਂ ਸੋਲਵ ਕਰਾਂਗੇ। ਸਾਨੂੰ ਕੁਐਸਚਨ ਦੇ ਵਿੱਚ ਰੈਵਨਿਊ ਫਰੋਮ ਆਪਰੇਸ਼ਨ ਦਿੱਤੀ ਹੋਈ ਆ 3 ਲੱਖ। ਸਭ ਤੋਂ ਪਹਿਲਾਂ ਕਿਉਂਕਿ ਅਸੀਂ ਗ੍ਰੋਸ ਪ੍ਰੋਫਿਟ ਰੇਸ਼ੋ ਕੈਲਕੂਲੇਟ ਕਰਨੀ ਆ ਤੇ ਉਹਦੇ ਲਈ ਸਾਨੂੰ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰਨਾ ਪਏਗਾ ਤੇ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰਨ ਲਈ ਸਾਨੂੰ ਕਾਸਟ ਆਫ ਗੁੱਡ ਸੋਲਡ ਕੈਲਕੂਲੇਟ ਕਰਨੀ ਪਏਗੀ। ਅਸੀਂ ਕਾਸਟ ਆਫ ਗੁੱਡ ਸੋਲਡ ਕੈਲਕੂਲੇਟ ਕਰਨ ਲਈ ਓਪਨਿੰਗ ਸਟਾਕ ਪਲੱਸ ਪਰਚੇਜ਼ਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ ਦਾ ਫਾਰਮੂਲਾ ਲਗਾਵਾਂਗੇ। ਕੁਐਸਚਨ ਦੇ ਵਿੱਚ ਓਪਨਿੰਗ ਸਟਾਕ ਦਿੱਤਾ ਹੋਇਆ ਤੁਹਾਨੂੰ 45,750 ਪਲੱਸ ਪਰਚੇਜ਼ ਹੈਗੀ 1,89,150 ਪਲੱਸ ਡਾਇਰੈਕਟ ਐਕਸਪੈਂਸਿਸ ਦਿੱਤੇ ਹੋਏ ਆ ਕੈਰੀਜ ਇਨਵਰਡ 1,200 ਦਾ ਐਂਡ ਵੇਜਿਸ 3,000 ਦੀਆਂ ਮਾਈਨਸ ਕਲੋਜ਼ਿੰਗ ਸਟਾਕ 59,100 ਤੇ ਸਾਡੀ ਕਲੋਜ਼ਿੰਗ ਜਿਹੜੀ ਕਾਸਟ ਆਫ ਗੁੱਡ ਸੋਲਡ ਉਹ ਆ ਜਾਏਗੀ 1,80,000। ਹੁਣ ਅਸੀਂ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰਾਂਗੇ। ਸੇਲ ਚੋਂ 3 ਲੱਖ ਚੋਂ 1,80,000 ਕਾਸਟ ਆਫ ਗੁੱਡ ਸੋਲਡ ਨੂੰ ਮਾਈਨਸ ਕਰਾਂਗੇ। ਗ੍ਰੋਸ ਪ੍ਰੋਫਿਟ ਆ ਗਿਆ 1,20,000। ਹੁਣ ਅਸੀਂ ਗ੍ਰੋਸ ਪ੍ਰੋਫਿਟ ਰੇਸ਼ੋ ਕੱਢਾਂਗੇ। ਗ੍ਰੋਸ ਪ੍ਰੋਫਿਟ 1,20,000 ਡਿਵਾਈਡ ਬਾਈ ਸੇਲ 3 ਲੱਖ ਮਲਟੀਪਲਾਈ ਬਾਈ 100 40% ਤੁਹਾਡੀ ਆ ਗਈ ਗ੍ਰੋਸ ਪ੍ਰੋਫਿਟ ਰੇਸ਼ੋ। ਔਰ ਤੁਹਾਨੂੰ ਨੈਟ ਪ੍ਰੋਫਿਟ ਰੇਸ਼ੋ ਪੁੱਛੀ ਹੋਈ ਹੈ। ਨੈਟ ਪ੍ਰੋਫਿਟ ਤੁਹਾਨੂੰ ਕੁਐਸਚਨ 'ਚ ਹੀ ਦਿੱਤਾ ਹੋਇਆ 50,400 ਦਾ ਡਿਵਾਈਡ ਬਾਈ ਸੇਲ 3 ਲੱਖ ਮਲਟੀਪਲਾਈ ਬਾਈ 100 16.8% ਤੁਹਾਡੀ ਆ ਜਾਏਗੀ ਨੈਟ ਪ੍ਰੋਫਿਟ ਰੇਸ਼ੋ। ਹੁਣ ਅਸੀਂ ਕੈਲਕੂਲੇਟ ਕਰਨੀ ਆ ਆਪਰੇਟਿੰਗ ਰੇਸ਼ੋ। ਆਪਰੇਟਿੰਗ ਰੇਸ਼ੋ ਕੈਲਕੂਲੇਟ ਕਰਨ ਲਈ ਆਪਰੇਟਿੰਗ ਕਾਸਟ ਕੈਲਕੂਲੇਟ ਕਰਨੀ ਪੈਂਦੀ ਆ ਤੇ ਆਪਰੇਟਿੰਗ ਕਾਸਟ ਦਾ ਫਾਰਮੂਲਾ ਕੀ ਆ COGS ਕਾਸਟ ਆਫ ਗੁੱਡ ਸੋਲਡ ਪਲੱਸ ਆਪਰੇਟਿੰਗ ਐਕਸਪੈਂਸਿਸ। ਕਾਸਟ ਆਫ ਗੁੱਡ ਸੋਲਡ ਤੁਸੀਂ ਆਲਰੇਡੀ ਕੈਲਕੂਲੇਟ ਕਰ ਲਈ ਆ 1,80,000 ਦੀ ਪਲੱਸ ਹੁਣ ਇਹਦੇ ਵਿੱਚ ਅਸੀਂ ਐਡਮਿਨਿਸਟ੍ਰੇਟਿਵ ਐਕਸਪੈਂਸਿਸ 60,600 ਉਸ ਤੋਂ ਇਲਾਵਾ ਜਿਹੜੇ ਤੁਹਾਨੂੰ ਫਾਈਨੈਂਸ਼ੀਅਲ ਐਕਸਪੈਂਸਿਸ ਦਿੱਤੇ ਹੋਏ ਆ ਇੰਟਰਸਟ 720 ਦਾ, ਡਿਸਕਾਊਂਟ 1,440 ਦਾ ਐਂਡ ਬੈਡ ਡੈਟਸ ਦਿੱਤੇ ਹੋਏ ਆ 2,040 ਦੇ। ਉਸ ਤੋਂ ਇਲਾਵਾ ਅਸੀਂ ਸੈਲਿੰਗ ਐਂਡ ਡਿਸਟਰੀਬਿਊਸ਼ਨ ਐਕਸਪੈਂਸਿਸ 7,200 ਦੇ ਪਲੱਸ ਕਰਾਂਗੇ। ਸਾਡੀ ਆਪਰੇਟਿੰਗ ਕਾਸਟ ਆ ਜਾਏਗੀ 2,52,000 ਦੀ। ਹੁਣ ਅਸੀਂ ਆਪਰੇਟਿੰਗ ਰੇਸ਼ੋ ਦਾ ਫਾਰਮੂਲਾ ਲਗਾਵਾਂਗੇ। ਆਪਰੇਟਿੰਗ ਕਾਸਟ ਡਿਵਾਈਡ ਬਾਈ ਰੈਵਨਿਊ ਫਰੋਮ ਆਪਰੇਸ਼ਨ ਮਲਟੀਪਲਾਈ ਬਾਈ 100। ਆਪਰੇਟਿੰਗ ਕਾਸਟ ਆ ਗਈ 2,52,000 ਡਿਵਾਈਡ ਬਾਈ ਰੈਵਨਿਊ ਫਰੋਮ ਆਪਰੇਸ਼ਨ 3 ਲੱਖ ਮਲਟੀਪਲਾਈ ਬਾਈ 100 ਸੋ ਸਾਡੀ ਆਪਰੇਟਿੰਗ ਰੇਸ਼ੋ ਆ ਜਾਏਗੀ 84%। ਨੈਕਸਟ ਕੁਐਸਚਨ ਨੰਬਰ 71 ਦੇ ਵਿੱਚ ਤੁਹਾਨੂੰ ਓਪਨਿੰਗ ਇਨਵੈਂਟਰੀ, ਪਰਚੇਜ਼ਸ, ਡਾਇਰੈਕਟ ਐਕਸਪੈਂਸਿਸ ਔਰ ਕਲੋਜ਼ਿੰਗ ਇਨਵੈਂਟਰੀ ਦਿੱਤੀ ਆ। ਉਸ ਤੋਂ ਇਲਾਵਾ ਐਡਮਿਨਿਸਟ੍ਰੇਟਿਵ ਐਕਸਪੈਂਸਿਸ, ਸੈਲਿੰਗ ਐਂਡ ਡਿਸਟਰੀਬਿਊਸ਼ਨ ਐਕਸਪੈਂਸਿਸ ਦਿੱਤੇ ਆ ਤੇ ਸੇਲ ਦਿੱਤੀ ਆ। ਤੁਸੀਂ ਗ੍ਰੋਸ ਪ੍ਰੋਫਿਟ ਰੇਸ਼ੋ ਤੇ ਆਪਰੇਟਿੰਗ ਰੇਸ਼ੋ ਕੱਢਣੀ ਆ। ਸੋ ਗ੍ਰੋਸ ਪ੍ਰੋਫਿਟ ਰੇਸ਼ੋ ਕੱਢਣ ਲਈ ਗ੍ਰੋਸ ਪ੍ਰੋਫਿਟ ਕੱਢਣਾ ਆ ਤੇ ਗ੍ਰੋਸ ਪ੍ਰੋਫਿਟ ਕੱਢਣ ਲਈ ਕਾਸਟ ਆਫ ਗੁੱਡ ਸੋਲਡ ਕੱਢਣੀ ਆ। ਸੋ ਉਹੀ ਫਾਰਮੂਲਾ ਲਗਾਵਾਂਗੇ ਓਪਨਿੰਗ ਸਟਾਕ ਪਲੱਸ ਪਰਚੇਜ਼ਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ। ਓਪਨਿੰਗ ਸਟਾਕ 80,000 ਦਾ, ਪਰਚੇਜ਼ਸ 4,30,900 ਦੀਆਂ, ਡਾਇਰੈਕਟ ਐਕਸਪੈਂਸਿਸ ਤੁਹਾਨੂੰ 4,000 ਦੇ ਦਿੱਤੇ ਆ ਤੇ ਕਲੋਜ਼ਿੰਗ ਸਟਾਕ 1,60,000 ਦਾ। ਤੁਹਾਡੀ ਕਾਸਟ ਆਫ ਗੁੱਡ ਸੋਲਡ ਆ ਜਾਏਗੀ 3,54,900 ਦੀ। ਸੋ ਤੁਸੀਂ ਗ੍ਰੋਸ ਪ੍ਰੋਫਿਟ ਕੱਢ ਲਓਗੇ। ਸੇਲ ਜੋ ਕਿ 10 ਲੱਖ ਦੀ ਆ ਵਿੱਚੋਂ ਕਾਸਟ ਆਫ ਗੁੱਡ ਸੋਲਡ 3,54,900 ਮਾਈਨਸ ਕਰਕੇ ਤੁਹਾਡਾ ਗ੍ਰੋਸ ਪ੍ਰੋਫਿਟ ਆ ਜਾਏਗਾ 6,45,100। ਗ੍ਰੋਸ ਪ੍ਰੋਫਿਟ ਰੇਸ਼ੋ ਕੱਢਣ ਲਈ ਗ੍ਰੋਸ ਪ੍ਰੋਫਿਟ 6,45,100 ਡਿਵਾਈਡ ਬਾਈ ਨੈਟ ਸੇਲ 10 ਲੱਖ ਮਲਟੀਪਲਾਈ ਬਾਈ 100 ਤੁਹਾਡੀ ਗ੍ਰੋਸ ਪ੍ਰੋਫਿਟ ਰੇਸ਼ੋ ਆ ਜਾਏਗੀ 64.51%। ਉਸ ਤੋਂ ਬਾਅਦ ਅਸੀਂ ਕੱਢਾਂਗੇ ਆਪਰੇਟਿੰਗ ਰੇਸ਼ੋ। ਆਪਰੇਟਿੰਗ ਰੇਸ਼ੋ ਦਾ ਫਾਰਮੂਲਾ ਕੀ ਹੈ? ਕਾਸਟ ਆਫ ਗੁੱਡ ਸੋਲਡ ਪਲੱਸ ਆਪਰੇਟਿੰਗ ਐਕਸਪੈਂਸਿਸ। ਕਾਸਟ ਆਫ ਗੁੱਡ ਸੋਲਡ ਤੁਸੀਂ ਕੈਲਕੂਲੇਟ ਕਰ ਲਈ ਆ 3,54,900 ਪਲੱਸ ਆਪਰੇਟਿੰਗ ਐਕਸਪੈਂਸਿਸ ਤੁਹਾਨੂੰ ਐਡਮਿਨਿਸਟ੍ਰੇਟਿਵ ਐਕਸਪੈਂਸਿਸ ਦਿੱਤੇ ਹੋਏ ਆ 21,100 ਦੇ ਔਰ ਆਪਰੇਟਿੰਗ ਐਕਸਪੈਂਸਿਸ ਦੇ ਵਿੱਚ ਸੈਲਿੰਗ ਐਂਡ ਡਿਸਟਰੀਬਿਊਸ਼ਨ ਐਕਸਪੈਂਸਿਸ ਦਿੱਤੇ ਹੋਏ ਆ 40,000 ਦੇ ਪਲੱਸ ਕਰਕੇ ਤੁਹਾਡੀ ਆਪਰੇਟਿੰਗ ਕਾਸਟ ਆ ਜਾਏਗੀ 4,16,000। ਸੋ ਆਪਰੇਟਿੰਗ ਰੇਸ਼ੋ ਦਾ ਫਾਰਮੂਲਾ ਲਗਾਵਾਂਗੇ 4,16,000 ਡਿਵਾਈਡ ਬਾਈ 10 ਲੱਖ ਮਲਟੀਪਲਾਈ ਬਾਈ 100 41.6% ਤੁਹਾਡੀ ਆ ਜਾਏਗੀ
ऑपरेटिंग रेशो। हुण नैक्सट असी कैलकुलेट करनी आ ऑपरेटिंग प्रॉफिट रेशो। ऑपरेटिंग प्रॉफिट रेशो कैलकुलेट करने लई भी स्टूडेंट सब तो पहला ऑपरेटिंग रेशो कैलकुलेट करी दी आ और जो भी तुहाडा आंसर आवे उहनूं 100 चों माइनस कर दईदा ते साडी ऑपरेटिंग प्रॉफिट रेशो निकल आंदी आ। सो ऑपरेटिंग कॉस्ट कैलकुलेट करन दे लई पहला असी ऑपरेटिंग कॉस्ट दा फॉर्मूला लगावांगे कॉस्ट ऑफ गुड्स सोल्ड प्लस ऑपरेटिंग एक्सपेंसिस। कॉस्ट ऑफ गुड्स सोल्ड ਤੁਹਾਨੂੰ ਕੁਐਸਚਨ ਦੇ ਵਿੱਚ ਡਾਇਰੈਕਟਲੀ ਦਿੱਤੀ ਹੋਈ ਆ 4 ਲੱਖ ਦੀ ਤੇ ਆਪਰੇਟਿੰਗ ਐਕਸਪੈਂਸਸ ਨੇ 50000 ਦੇ। ਸੋ 4 ਲੱਖ ਪਲੱਸ 50000 4,50,000 ਦੀ ਆ ਗਈ ਤੁਹਾਡੀ ਆਪਰੇਟਿੰਗ ਕਾਸਟ। ਹੁਣ ਆਪਰੇਟਿੰਗ ਰੇਸ਼ੋ ਕੱਢ ਲਾਂਗੇ 4,50,000 ਡਿਵਾਈਡ ਬਾਈ ਸੇਲ 5 ਲੱਖ ਮਲਟੀਪਲਾਈ ਬਾਈ 100 90% ਤੁਹਾਡੀ ਆ ਗਈ ਆਪਰੇਟਿੰਗ ਰੇਸ਼ੋ। ਹੁਣ ਅਸੀਂ ਕੈਲਕੂਲੇਟ ਕਰਾਂਗੇ ਆਪਰੇਟਿੰਗ ਪ੍ਰੋਫਿਟ ਰੇਸ਼ੋ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਪਰੇਟਿੰਗ ਪ੍ਰੋਫਿਟ ਰੇਸ਼ੋ ਕੈਲਕੂਲੇਟ ਕਰਨ ਲਈ ਅਸੀਂ 100 ਵਿੱਚੋਂ ਆਪਰੇਟਿੰਗ ਕਾਸਟ ਰੇਸ਼ੋ ਨੂੰ ਮਾਈਨਸ ਕਰੀਦਾ। ਸਾਡੀ ਆਪਰੇਟਿੰਗ ਰੇਸ਼ੋ ਆਈ ਸੀ 90%। ਸੋ 100 ਚੋਂ 90 ਨੂੰ ਮਾਈਨਸ ਕਰਾਂਗੇ ਤੇ ਆਪਰੇਟਿੰਗ ਪ੍ਰੋਫਿਟ ਰੇਸ਼ੋ ਆ ਜਾਏਗੀ 10%। ਨੈਕਸਟ ਕੁਐਸਚਨ ਦੇ ਵਿੱਚ ਤੁਹਾਨੂੰ ਸੇਲ ਗਿਵਨ ਹੈ ਔਰ ਗ੍ਰੋਸ ਪ੍ਰੋਫਿਟ ਗਿਵਨ ਆ ਤੇ ਤੁਸੀਂ ਜਿਹੜੇ ਆਪਰੇਟਿੰਗ ਐਕਸਪੈਂਸਿਸ ਨੂੰ ਯੂਜ਼ ਕਰਕੇ ਆਪਰੇਟਿੰਗ ਪ੍ਰੋਫਿਟ ਰੇਸ਼ੋ ਕੈਲਕੂਲੇਟ ਕਰਨੀ ਆ। ਸੇਲ ਦਿੱਤੀ ਹੋਈ ਤੁਹਾਨੂੰ 10 ਲੱਖ ਦੀ, ਗ੍ਰੋਸ ਪ੍ਰੋਫਿਟ ਦਿੱਤਾ ਹੋਇਆ 25% ਔਨ ਸੇਲ। ਸੋ 10 ਲੱਖ ਦਾ 25% ਗ੍ਰੋਸ ਪ੍ਰੋਫਿਟ ਆ ਗਿਆ 2,50,000 ਦਾ। ਸੋ ਕੋਸਟ ਆਫ ਗੁੱਡ ਸੋਲਡ ਆ ਜਾਏਗੀ 10 ਲੱਖ ਚੋਂ 2,50,000 ਕਰ ਦਾਂਗੇ ਮਾਈਨਸ 7,50,000। ਉਸ ਤੋਂ ਬਾਅਦ ਅਸੀਂ ਕੱਢਾਂਗੇ ਆਪਰੇਟਿੰਗ ਕਾਸਟ। ਆਪਰੇਟਿੰਗ ਕਾਸਟ ਕੱਢਣ ਲਈ ਅਸੀਂ ਕੋਸਟ ਆਫ ਗੁੱਡ ਸੋਲਡ ਦੇ ਵਿੱਚ ਆਪਰੇਟਿੰਗ ਐਕਸਪੈਂਸਿਸ ਜੋ ਕਿ 50,000 ਦੇ ਆ ਪਲੱਸ ਕਰਾਂਗੇ। ਸੋ 7,50,000 ਪਲੱਸ 50,000 ਆਪਰੇਟਿੰਗ ਕਾਸਟ ਤੁਹਾਡੀ ਆ ਜਾਏਗੀ 8 ਲੱਖ ਦੀ। ਹੁਣ ਪਹਿਲਾਂ ਅਸੀਂ ਕੱਢਾਂਗੇ ਆਪਰੇਟਿੰਗ ਰੇਸ਼ੋ। ਆਪਰੇਟਿੰਗ ਕਾਸਟ ਡਿਵਾਈਡ ਬਾਈ ਸੇਲ ਮਲਟੀਪਲਾਈ ਬਾਈ 100 8 ਲੱਖ ਡਿਵਾਈਡ ਬਾਈ 10 ਲੱਖ ਮਲਟੀਪਲਾਈ ਬਾਈ 100। ਸੋ ਆਪਰੇਟਿੰਗ ਰੇਸ਼ੋ ਤੁਹਾਡੀ ਆ ਗਈ 80% ਦੀ। ਹੁਣ ਅਸੀਂ ਕੱਢਾਂਗੇ ਆਪਰੇਟਿੰਗ ਪ੍ਰੋਫਿਟ ਰੇਸ਼ੋ। ਆਪਰੇਟਿੰਗ ਪ੍ਰੋਫਿਟ ਰੇਸ਼ੋ ਕੱਢਣ ਲਈ ਅਸੀਂ 100 ਚੋਂ ਆਪਰੇਟਿੰਗ ਰੇਸ਼ੋ ਜੋ ਕਿ 80 ਆ ਉਹਨੂੰ ਮਾਈਨਸ ਕਰ ਦਾਂਗੇ। ਸੋ ਸਾਡੀ ਆਪਰੇਟਿੰਗ ਪ੍ਰੋਫਿਟ ਰੇਸ਼ੋ ਆ ਗਈ 20%। ਹੁਣ ਇਸੇ ਤਰ੍ਹਾਂ ਸਾਨੂੰ ਇੱਕ ਹੋਰ ਕੁਐਸਚਨ ਆ ਜਿਹਦੇ ਵਿੱਚ ਕਿ ਇਨਕਮ ਸਟੇਟਮੈਂਟ ਦਿੱਤੀ ਹੋਈ ਆ। ਅਸੀਂ ਉਸ ਇਨਕਮ ਸਟੇਟਮੈਂਟ ਨੂੰ ਯੂਜ਼ ਕਰਕੇ ਗ੍ਰੋਸ ਪ੍ਰੋਫਿਟ ਰੇਸ਼ੋ, ਆਪਰੇਟਿੰਗ ਨੈਟ ਪ੍ਰੋਫਿਟ ਰੇਸ਼ੋ ਤੇ ਨੈਟ ਪ੍ਰੋਫਿਟ ਰੇਸ਼ੋ ਕੈਲਕੂਲੇਟ ਕਰਨੀ ਆ। सो ये क्वेश्चन नंबर 75 है। फ्रॉम द फॉलोइंग इनकम स्टेटमेंट ऑफ मोदी केमिकल्स कंप्यूट ग्रॉस प्रॉफिट रेशो, ऑपरेटिंग नेट प्रॉफिट रेशो एंड नेट प्रॉफिट रेशो। रेवेन्यू फ्रॉम ऑपरेशन एंड अदर इनकम्स गिवन आ। उस तो अलावा एक्सपेंसिस, परचेजेस, चेंजेस इन इन्वेंट्री, डेप्रीसीएशन, फैक्ट्री एक्सपेंसिस, ऑफिस एक्सपेंसिस, सेलिंग एक्सपेंसिस, डिस्ट्रीब्यूशन एक्सपेंसिस, provision for doubtful debts, interest on debenture, loss of cash by theft and net profit given are। So ਅਸੀਂ gross profit ratio, operating net profit ratio ਤੇ net profit ratio calculate ਕਰਾਂਗੇ। ਸਭ ਤੋਂ ਪਹਿਲਾਂ ਅਸੀਂ calculate ਕਰਾਂਗੇ cost of goods sold। ਫਾਰਮੂਲਾ ਕੀ ਹੈ? opening stock plus purchases plus direct expenses minus closing stock। opening stock 30,500 ਆ given, परचेज 4,65,000 ਦੀ ਆ। डायरैक्ट एक्सपेंसिस ਦੇ ਵਿੱਚ ਤੁਹਾਨੂੰ फैक्ट्री एक्सपेंसिस ਦਿੱਤੇ ਹੋਏ ਆ 1,43,000 ਦੇ ਤੇ क्लोजिंग स्टॉक ਆ 55,000 ਦਾ। ਤੁਹਾਡੀ ਕੋਸਟ ਆਫ ਗੁੱਡ ਸੋਲਡ ਆ ਜਾਏਗੀ 5,83,500। ਹੁਣ ਅਸੀਂ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰ ਲਾਂਗੇ। ਸੇਲ ਆ 8,43,500 ਮਾਈਨਸ ਕੋਸਟ ਆਫ ਗੁੱਡ ਸੋਲਡ 5,83,500। ਸੋ ਤੁਹਾਡਾ ਗ੍ਰੋਸ ਪ੍ਰੋਫਿਟ ਆ ਜਾਏਗਾ 2,60,000 ਦਾ। ਹੁਣ ਅਸੀਂ ਗ੍ਰੋਸ ਪ੍ਰੋਫਿਟ ਰੇਸ਼ੋ ਕੱਢ ਲਾਂਗੇ। ग्रॉस प्रॉफिट 2,60,000 डिवाइड बाय सेल 8,43,500 मल्टीप्लाई बाय 100। सो तुहाडे ग्रॉस प्रॉफिट रेशो आ जाएगी 30.82%। ਹੁਣ ਅਸੀਂ ਕੈਲਕੂਲੇਟ ਕਰਾਂਗੇ ਆਪਰੇਟਿੰਗ ਪ੍ਰੋਫਿਟ ਰੇਸ਼ੋ, ਜਿਹਦੇ ਲਈ ਸਾਨੂੰ ਪਹਿਲਾਂ ਆਪਰੇਟਿੰਗ ਰੇਸ਼ੋ ਕੈਲਕੂਲੇਟ ਕਰਨੀ ਪਏਗੀ ਤੇ ਉਹਦੇ ਲਈ ਸਾਨੂੰ ਪਹਿਲਾਂ ਆਪਰੇਟਿੰਗ ਕਾਸਟ ਕੱਢਣੀ ਪਏਗੀ। ਕਾਸਟ ਆਫ ਗੁੱਡ ਸੋਲਡ ਅਸੀਂ ਕੱਢ ਲਈ ਆ 5,83,500। ਹੁਣ ਉਹਦੇ ਵਿੱਚ ਆਪਰੇਟਿੰਗ ਐਕਸਪੈਂਸਿਸ ਪਲੱਸ ਕਰਾਂਗੇ, ਜਿਹਦੇ ਵਿੱਚ ਤੁਹਾਨੂੰ ਆਫਿਸ ਐਕਸਪੈਂਸਿਸ 50,000 ਦੇ, ਸੈਲਿੰਗ ਐਕਸਪੈਂਸਿਸ 30,000 ਦੇ, डिस्ट्रीब्यूशन एक्सपेंसिस 20,000 ਦੇ। ਉਸ ਤੋਂ ਇਲਾਵਾ ਤੁਹਾਨੂੰ ਉਹਨਾਂ ਨੇ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਆ ਡੈਪਰੀਸੀਏਸ਼ਨ 16,000 ਦੀ ਐਂਡ ਪ੍ਰੋਵੀਜ਼ਨ ਫॉर ਡਾਊਟਫੁਲ ਡੈਟ 4,000। ਸੋ ਸਾਰਾ ਪਲੱਸ ਕਰਕੇ ਤੁਹਾਡੀ ਆਪਰੇਟਿੰਗ ਕਾਸਟ ਆ ਜਾਏਗੀ 7,03,500। ਆਪਰੇਟਿੰਗ ਰੇਸ਼ੋ ਕੱਟ ਲਾਂਗੇ 7,03,500 ਡਿਵਾਈਡ ਬਾਈ ਸੇਲ 8,43,500 ਮਲਟੀਪਲਾਈ ਬਾਈ 100। ਸੋ ਤੁਹਾਡੀ ਆਪਰੇਟਿੰਗ ਰੇਸ਼ੋ ਆ ਗਈ 83.40%। ਹੁਣ ਅਸੀਂ ਕੈਲਕੂਲੇਟ ਕਰਾਂਗੇ ਆਪਰੇਟਿੰਗ ਪ੍ਰੋਫਿਟ ਰੇਸ਼ੋ।
100 माइनस ऑपरेटिंग रेशो, सो 100 माइनस 83.4, तो ऑपरेटिंग प्रॉफिट रेशो आ जाएगी 16.6%। ਹੁਣ ਲਾਸਟ ਵਿੱਚ ਸਾਨੂੰ ਪੁੱਛੀ ਹੋਈ ਹੈ ਨੈਟ ਪ੍ਰੋਫਿਟ ਰੇਸ਼ੋ। ਨੈਟ ਪ੍ਰੋਫਿਟ ਕੁਐਸਚਨ ਦੇ ਵਿੱਚ ਗਿਵਨ ਹੈ 1,80,000 ਦਾ, ਸੇਲ 8,43,500 ਮਲਟੀਪਲਾਈ ਬਾਈ 100, ਸੋ ਤੁਹਾਡੀ ਨੈਟ ਪ੍ਰੋਫਿਟ ਰੇਸ਼ੋ ਆ ਜਾਏਗੀ 21.34%। ਸੋ ਸਟੂਡੈਂਟ ਆਈ ਹੋਪ ਤੁਹਾਨੂੰ ਹੁਣ ਅੱਜ ਦੇ ਇਸ ਲੈਕਚਰ ਨਾਲ ਪ੍ਰੋਫਿਟੇਬਿਲਿਟੀ ਰੇਸ਼ੋਜ਼ ਹੋਰ ਵੀ ਵਧੀਆ ਤਰੀਕੇ ਨਾਲ ਸਮਝ ਆ ਗਈਆਂ ਹੋਣਗੀਆਂ। ਨੈਕਸਟ ਅਸੀਂ ਰਿਟਰਨ ਔਨ ਇਨਵੈਸਟਮੈਂਟ ਰੇਸ਼ੋਜ਼ ਜਿਹੜੀਆਂ ਹੈਗੀਆਂ ਅਗਲੇ ਲੈਕਚਰ ਦੇ ਵਿੱਚ ਕੈਲਕੂਲੇਟ ਕਰਾਂਗੇ। ਥੈਂਕ ਯੂ।